ਬਖਸ਼ਿਸ਼ਾਂ ਭਰੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਅਥਵਾ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਇੰਟਰਨੈਟ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਗੁਰੂ ਦੇ ਸ਼ਬਦ ਦਾ ਰਸ ਮਾਣ ਰਹੇ ਹੋ। ਲੜੀਵਾਰ ਚੱਲ ਰਹੀ ਗੁਰਬਾਣੀ ਦੀ ਪਾਵਨ ਕਥਾ ਵਿਚਾਰ ਵਿੱਚ ਅੱਜ ਦਾ ਪਾਵਨ ਪਵਿੱਤਰ ਬਚਨ ਜੋ ਗੁਰੂ ਉਸਤਤੀ ਵਿੱਚ ਭੱਟਾਂ ਨੇ ਉਚਾਰਨ ਕੀਤੇ, ਭੱਟਾਂ ਦੀ ਸਵਈਆ ਨਾਲੋਂ ਹੋਰ ਕਿਤੇ ਵੀ ਕੋਈ ਗੁਰੂ ਉਸਤਤੀ ਦਾ ਇਹੋ ਜਿਹਾ ਖਜ਼ਾਨਾ ਨਹੀਂ ਮਿਲਦਾ, ਜਿੱਥੇ ਕਿ ਇੰਨੇ ਪਿਆਰ ਨਾਲ, ਇੰਨੇ ਸਿਦਕ ਨਾਲ, ਇੰਨੀ ਸ਼ਰਧਾ ਨਾਲ, ਇੰਨੇ ਭਰੋਸੇ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਭੱਟਾਂ ਨੇ ਕੀਤੀ ਹੈ। ਭੱਟ ਮੱਥਰਾ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਗੁਰੂ ਉਸਤਤੀ ਦਾ ਇਹ ਸਵਈਆ ਆਪ ਜੀ ਨੇ ਪੰਥ ਦੀ ਮਹਾਨ ਸ਼ਖਸੀਅਤ, ਸਨਮਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ, ਤਿੰਨਾਂ ਪਾਸੋਂ ਸਰਵਣ ਕੀਤਾ ਹੈ। ਵਿਚਾਰ ਆਰੰਭਤਾ ਤੋਂ ਪਹਿਲਾਂ ਜਿੱਥੇ ਮੈਂ ਬਾਲਾ ਪ੍ਰੀਤਮ ਸਤਿਗੁਰੂ ਪਾਤਸ਼ਾਹ ਜੀ ਦਾ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ, ਉਸ ਦੇ ਨਾਲ ਨਾਲ ਸਮੁੱਚੇ ਸੰਸਾਰ ਵਿੱਚ ਵਸਦੇ ਹੋਏ ਗੁਰੂ ਨਾਨਕ ਨਾਮ ਲੇਵਾ ਨੂੰ, ਸਮੁੱਚੇ ਸਿੱਖ ਪੰਥ ਨੂੰ ਔਰ ਪੰਥ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੂੰ ਦਿਲ ਦੀਆਂ ਨਿਹਾਇਤ ਗਹਿਰਾਈਆਂ ਤੋਂ ਵਧਾਈ ਦਿੰਦਾ ਹੈ, ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਬਹੁਤ ਵੱਡਾ ਸਨਮਾਨ ਸੇਵਾ ਰਤਨ ਝੋਲੀ ਵਿੱਚ ਪਾ ਕੇ ਨਿਵਾਜਿਆ, ਔਰ ਇਹ ਸਨਮਾਨ ਉਸ ਨਾਜ਼ੁਕ ਦੌਰ ਵਿੱਚ ਕੀਤੀ ਹੋਈ ਸੇਵਾ ਦਾ ਸਦਕਾ ਹੈ। ਤੇ ਮੈਂ ਸਮਝਦਾ ਵੀ ਇਹ ਸਨਮਾਨ ਸਮੂਹ ਉਹਨਾਂ ਸੰਗਤਾਂ ਦੇ, ਉਹਨਾਂ ਵੀਰਾਂ ਦੇ, ਉਹਨਾਂ ਗੁਰੂ ਨਾਨਕ ਨਾਮ ਲੇਵਾਂ ਦੇ ਸਹਿਯੋਗ, ਪਿਆਰ, ਅਸੀਸਾਂ ਦਾ ਸਦਕਾ ਹੈ, ਜਿਨ੍ਹਾਂ ਨੇ ਉਸ ਨਾਜ਼ੁਕ ਦੌਰ ਵਿੱਚ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ। ਤੋ ਸਾਨੂੰ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇਹ ਮਾਣ ਬਖਸ਼ਿਸ਼ ਕੀਤਾ ਹੈ। ਸਮੂਹ ਦਿੱਲੀ ਕਮੇਟੀ, ਸਮੂਹ ਸਟਾਫ, ਸਮੂਹ ਦਿੱਲੀ ਦੀਆਂ ਸੰਗਤਾਂ ਨੂੰ ਸਤਿਗੁਰਾਂ ਨੇ ਇਹ ਮਾਣ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਵਿਚਾਰ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟ ਮੱਥਰਾ ਜੀ, ਜਿਨ੍ਹਾਂ ਨੇ ਜਿੱਥੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਗੁਰੂ ਉਸਤਤੀ ਕਰਕੇ ਸਥਾਨ ਪ੍ਰਾਪਤ ਕੀਤਾ ਹੈ, ਉਸ ਦੇ ਨਾਲ ਨਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ 'ਚ, ਬਾਣੀ ਕਰਤਾ 'ਚੋਂ 4 ਸ਼ਹੀਦਾਂ 'ਚੋਂ ਇੱਕ ਸ਼ਹੀਦ ਭਾਈ ਮੱਥਰਾ ਜੀ ਵੀ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ 'ਚ ਜਿੱਥੇ ਗੁਰੂ ਸਾਹਿਬ, ਗੁਰਸਿੱਖ, ਭਗਤ ਅਤੇ ਭੱਟ ਸਾਹਿਬਾਨਾਂ ਦੀ ਬਾਣੀ ਹੈ, ਇਹਨਾਂ ਵਿੱਚ 4 ਸ਼ਹੀਦਾਂ ਦੀ ਬਾਣੀ ਹੈ। ਪਹਿਲੇ ਸ਼ਹੀਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਸ਼ਹੀਦਾਂ ਦੇ ਸਿਰ ਤਾਜ।
दूसरे शहीद धन धन श्री गुरु तेग बहादुर साहब महाराज गरीब नवाज जी और इन्हां भट्टां दे विचों भट्ट मथरा जी ਅਤੇ ਭੱਟ ਕੀਰਤ ਜੀ, ਇਹ ਦੋ ਭੱਟ ਜਿਹੜੇ ਨੇ ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਮੇਂ ਗੁਰੂ ਕੀ ਫੌਜ ਵਿੱਚ ਰਹੇ ਔਰ ਇਹਨਾਂ ਨੇ ਸ਼ਹੀਦੀ ਜਾਮ ਪੀਤਾ। ਇਹਨਾਂ ਦੀ ਜੀਵਨੀ 'ਚੋਂ ਐਸਾ ਮਿਲਦਾ ਹੈ। ਗੁਰੂ ਉਸਤਤ ਦੀ ਬਾ ਕਮਾਲ ਮਿਸਾਲ ਪੇਸ਼ ਕੀਤੀ ਹੈ ਭੱਟਾਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਖਲੋ ਕੇ ਅੱਜ ਵੀ ਇਹ ਮਰਿਆਦਾ ਦਰਬਾਰ ਸਾਹਿਬ ਆਪ ਜੀ ਵੇਖਦੇ ਹੋ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਹੋਣ ਵਾਸਤੇ ਆਉਂਦੇ ਨੇ, ਉਦੋਂ ਕੀਰਤਨ ਕੁਝ ਸਮੇਂ ਵਾਸਤੇ ਰੁਕਦਾ ਹੈ। ਸਤਿਕਾਰਯੋਗ ਸਿੰਘ ਸਾਹਿਬਾਨ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦੀ ਸਾਰੀ ਤਿਆਰੀ ਕਰਦੇ ਨੇ। ਇੰਨੇ ਸਮੇਂ ਵਿੱਚ ਗੁਰੂ ਦੇ ਸਿੱਖ ਬੜੇ ਹੀ ਪਿਆਰ ਨਾਲ ਪ੍ਰੇਮ ਵਿੱਚ ਭਿੱਜ ਕੇ ਜੋ ਗੁਰਬਾਣੀ ਪੜ੍ਹਦੇ ਨੇ ਉਹ ਕੇਵਲ ਭੱਟਾਂ ਦੇ ਸਵਈਏ ਉੱਥੇ ਗਾਇਨ ਕੀਤੇ ਜਾਂਦੇ ਨੇ। ਬੜੀ ਤਰਤੀਬ ਨਾਲ, ਬੜੀ ਲਹਿਜ਼ੇ ਨਾਲ, ਉਹ ਬੜੀ ਲੈਅ ਵਿੱਚ ਭੱਟਾਂ ਦੇ ਸਵਈਏ ਗਾਇਨ ਕੀਤੇ ਜਾਂਦੇ ਨੇ। ਉਹ ਗੁਰੂ ਉਸਤਤੀ ਵਿੱਚ ਇਹ ਸਾਰੀ ਸਵਈਏ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ। ਤਾਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਭੱਟਾਂ ਦੀ ਸਵਈਆਂ ਦੀ ਵਿਚਾਰ ਚੱਲ ਰਹੀ ਹੈ, ਇਸ ਲਈ ਮੈਂ ਇਸ ਪ੍ਰਥਾਏ ਜ਼ਿਆਦਾ ਨਾ ਜਾਵਾਂ। ਵਿਚਾਰ ਆਰੰਭਤਾ ਹੈ ਤੇ ਸਾਹਿਬ ਨੇ ਕਿਰਪਾ ਕੀਤੀ। ਭੱਟ ਮਥਰਾ ਜੀ ਦੀ ਰਸਨਾ ਤੋਂ ਗੁਰੂ ਉਸਤਤੀ ਹੋ ਰਹੀ ਹੈ। ਅੰਤ ਨ ਪਾਵਤ ਦੇਵ ਸਭੈ ਮੁਨ। ਇਹ ਕਿਹਦੇ ਵਾਸਤੇ ਕਹਿ ਰਹੇ ਨੇ? ਇਹ ਸ਼ਬਦ ਤੇ ਵੈਸੇ ਪਰਮਾਤਮਾ ਲਈ ਨੇ। ਬੇਅੰਤ ਤੇ ਪਰਮਾਤਮਾ ਹੀ ਹੈ, ਵਾਹਿਗੁਰੂ ਬੇਅੰਤ ਹੈ। ਤੂੰ ਬੇਅੰਤ ਕੋਈ ਵਿਰਲਾ ਜਾਣੇ। ਉਸ ਵਾਹਿਗੁਰੂ ਨੂੰ ਬੇਅੰਤ, ਅਸੀਮ, ਅਥਾਹ, ਅਗਣਤ, ਬੇਅੰਤ ਐਸੇ ਨਾਮਾਂ ਨਾਲ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ। ਪਰ ਇਹ ਉਸਤਤੀ ਹੋ ਰਹੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ, ਕਿਉਂਕਿ ਪਿੱਛੇ ਆਪਾਂ ਪੜ੍ਹ ਆਏ ਹਾਂ, ਵਿਚਾਰ ਆਏ ਹਾਂ ਵੀ ਗੁਰੂ ਅਰਜਨ ਪ੍ਰਤੱਖ ਹਰ। ਤੇ ਜਦੋਂ ਗੁਰੂ ਅਰਜਨ ਪ੍ਰਤੱਖ ਹਰ ਹੈ ਤੇ ਜਿੰਨੇ ਹਰੀ ਦੇ ਗੁਣ ਨੇ, ਰੱਬ ਦੇ ਗੁਣ ਨੇ, ਉਨੇ ਗੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨੇ। ਮਹਾਰਾਜ ਦੀ ਪਾਵਨ ਬਾਣੀ 'ਚ ਸਿੱਖ ਵਾਸਤੇ ਵੀ ਜਿਹੜਾ ਗੁਰੂ 'ਚ ਭੇਦ ਹੋਵੇ ਨਾ ਸੇਵਕ, ਉਹਦੇ ਲਈ ਵੀ ਬਚਨ ਹੈ, ਹਰ ਕਾ ਸੇਵਕ ਹਰ ਹੀ ਜੀਹਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਬੂੰਦ ਪ੍ਰਣਾਲਿਆਂ ਤੋਂ, ਨਾਲੀਆਂ ਤੋਂ, ਦਰਿਆਵਾਂ ਤੋਂ, ਵਹਿਣਾਂ ਤੋਂ ਹੁੰਦੀ ਹੋਈ ਸਮੁੰਦਰ ਵਿੱਚ ਪਹੁੰਚ ਜਾਏ, ਉਹ ਫਿਰ ਸਮੁੰਦਰ ਤੋਂ ਵੱਖਰੀ ਨਹੀਂ, ਸਮੁੰਦਰ ਦਾ ਹੀ ਰੂਪ ਅਖਵਾਉਂਦੀ ਹੈ। ਪਰ ਜਿਹੜੇ ਆਪ ਪ੍ਰਤੱਖ ਹਰ ਨੇ, ਜਿਹੜੇ ਆਪ ਪਰਮੇਸ਼ਰ ਦਾ ਰੂਪ ਨੇ, ਔਰ ਜਿਨ੍ਹਾਂ ਨੂੰ ਬਾਕੀ ਗੁਰੂ ਸਾਹਿਬਾਂ ਨਾਲੋਂ, ਪਹਿਲੇ 4 ਗੁਰੂ ਸਾਹਿਬਾਂ ਨਾਲੋਂ ਇੱਕ ਵੱਖਰੀ ਬਖਸ਼ਿਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੋਈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਅਵਤਾਰ ਤੋਂ ਪਹਿਲਾਂ ਹੀ ਆਪ ਪਰਮੇਸ਼ਰ ਨੇ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਵਿੱਚ ਪਹਿਲਾਂ ਸਿੱਖੀ ਨਹੀਂ, ਇਹਨਾਂ ਦੇ ਵੱਡ ਵਡੇਰੇ ਸਿੱਖ ਨਹੀਂ, ਇਹਨਾਂ ਦੇ ਪਰਿਵਾਰ ਵਿੱਚ ਸਿੱਖੀ ਨਹੀਂ। ਬਾਅਦ ਦੇ ਵਿੱਚ ਭਾਈ ਰਾਏ ਜੋਧ ਕੋਲੋਂ ਗੁਰੂ ਦੀ ਉਸਤਤ ਸੁਣੀ, ਬਾਣੀ ਸੁਣੀ, ਗੁਰੂ ਨਾਨਕ ਮਹਾਰਾਜ ਦੀ ਸ਼ਰਨ ਵਿੱਚ ਆਏ। ਗੁਰੂ ਅਮਰਦਾਸ ਮਹਾਰਾਜ ਜੀ ਦੀ ਤੇ 60 ਸਾਲ ਦੀ ਉਮਰ ਬਿਨਾਂ ਗੁਰੂ ਤੋਂ ਬਤੀਤ ਹੋਈ ਹੋਰ ਕਰਮ ਕਾਂਡਾਂ 'ਚ। ਪਰਿਵਾਰ ਵਿੱਚ ਜਨਮ ਤੋਂ ਸਿੱਖੀ ਦਾ ਮਾਹੌਲ ਮਿਲਿਆ ਹੋਵੇ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਵੀ ਨਹੀਂ ਹੋਇਆ। ਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਗਰੀਬ ਨਿਵਾਜ ਸੋਢੀ ਸੁਲਤਾਨ ਸਾਹਿਬ ਜੀ,
ਉਹਨਾਂ ਦਾ ਬਚਪਨਾ ਤੇ ਆਪਾਂ ਪੜ੍ਹਦੇ ਹਾਂ ਵੀ ਛੋਟੀ ਉਮਰੇ ਮਾਤਾ ਜੀ ਪਿਤਾ ਜੀ ਦਾ ਕਾਲ ਚਲਾਣਾ ਹੋ ਗਿਆ। ਉੱਥੇ ਵੀ ਪਰਿਵਾਰ ਵਿੱਚ ਸਿੱਖੀ ਨਹੀਂ। ਉੱਥੇ ਜਦੋਂ ਆਪਣੀ ਨਾਨੀ ਦੇ ਨਾਲ ਬਾਸਰ ਕੀ ਗਿੱਲਾ ਆਏ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹਨਾਂ ਨੂੰ ਮੇਲ ਹੋਇਆ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਐਸੇ ਨੇ ਜਿਨ੍ਹਾਂ ਨੇ ਆਪਣੇ ਅਵਤਾਰ ਤੋਂ ਬਾਅਦ ਜਿੱਥੇ ਮਾਤਾ ਦੀ ਗੋਦ ਪਿਤਾ ਦੀ ਗੋਦ ਦਾ ਆਨੰਦ ਮਾਣਿਆ, ਉਸ ਦੇ ਨਾਲ ਨਾਲ ਨਾਨਾ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਸਿੱਖੀ ਮਾਣੀ ਤੇ ਗੁਰੂ ਦੀ ਸਿੱਖੀ ਪ੍ਰਾਪਤ ਕੀਤੀ। ਇਸੇ ਲਈ ਬਚਨ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਿਨ੍ਹਾਂ ਨੂੰ ਜਨਮ ਤੋਂ ਹੀ ਗੁਰੂ ਦੀ ਮੱਤ ਮਿਲ ਗਈ। ਜਿਹੜਾ ਸਿੱਖੀ ਨਾਲ, ਸਿੱਖੀ ਖੁਸ਼ਬੂ ਨਾਲ, ਸਿੱਖੀ ਦੀ ਮਹਿਕ ਨਾਲ, ਸਿੱਖੀ ਸਿਧਾਂਤ ਦੇ ਗੁਣਾਂ ਨਾਲ ਲਬਾਲਬ ਭਰਿਆ ਹੋਇਆ ਮਿਲਿਆ। ਨਾਨੇ ਗੁਰੂ ਦੀਆਂ ਇੰਨੀਆਂ ਬਖਸ਼ਿਸ਼ਾਂ ਮਿਲੀਆਂ, ਦੋਹਿਤਾ ਬਾਣੀ ਕਾ ਬੋਹਿਤਾ, ਇਹ ਬਖਸ਼ਿਸ਼ਾਂ ਵੀ ਮਿਲੀਆਂ। ਤੇ ਫਿਰ ਵੱਡੀ ਬਖਸ਼ਿਸ਼ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੀ। ਇਸ ਲਈ ਭੱਟ ਮੱਥਰਾ ਜੀ ਕਹਿੰਦੇ ਨੇ, ਅੰਤ ਨਾ ਪਾਵਤ ਦੇਵ ਸਭੈ ਮੁਨ, ਸਾਰੇ ਦੇਵਤੇ 33 ਕਰੋੜ ਦੇਵੀ ਦੇਵਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੁਹਾਡਾ ਅੰਤ ਨਹੀਂ ਪਾ ਸਕਦੇ। ਪਰਮਾਤਮਾ ਦਾ ਅੰਤ ਪਾਉਣਾ ਤੇ ਇੱਕ ਪਾਸੇ, ਗੁਰੂ ਦਾ ਅੰਤ ਪਾਉਣਾ ਤੇ ਇੱਕ ਪਾਸੇ, ਗੁਰੂ ਦੀ ਕੁਦਰਤ ਦਾ, ਗੁਰੂ ਦੀਆਂ ਖੇਡਾਂ ਦਾ, ਪਰਮਾਤਮਾ ਦੀਆਂ ਖੇਡਾਂ ਦਾ ਅੰਤ ਨਹੀਂ ਪੈਂਦਾ। ਅਨਿੱਕਾ ਜਿਹਾ ਸਰੀਰ, ਮਿੱਟੀ ਦਾ ਪੁਤਲਾ ਰੱਬ ਨੇ ਬਣਾਇਆ, ਇਹਦੇ 'ਚ ਕੀ ਕੁਝ ਬਣਾਤਾ, ਇਹਦਾ ਅੰਤ ਨਹੀਂ ਪੈਂਦਾ। ਆਕਾਸ਼ ਦਾ ਅੰਤ ਨਹੀਂ ਪੈਂਦਾ, ਧਰਤੀ ਦਾ ਅੰਤ ਨਹੀਂ ਪਿਆ ਅਜੇ ਤੱਕ। ਧਰਤੀ ਹੋਰ, ਪਰੇ ਹੋਰ। ਇੱਥੇ ਵੀ ਦਾਅਵੇ ਕੀਤੇ ਗਏ ਵੀ 7 ਆਕਾਸ਼ ਤੇ 7 ਪਾਤਾਲ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿੱਥੇ ਅਟਕੇ ਹੋ? 7 ਤੇ ਨਹੀਂ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਇੱਥੇ ਤੇ ਲੱਖਾਂ ਨੇ, ਇਹਦਾ ਅੰਤ ਨਹੀਂ, ਕੁਦਰਤ ਦਾ ਅੰਤ ਨਹੀਂ। ਤੇ ਉਸ ਵਾਹਿਗੁਰੂ ਦਾ, ਇਸ ਕੁਦਰਤ ਨੂੰ ਬਣਾਉਣ ਵਾਲੇ ਦਾ ਤੇ ਉਹਦਾ ਰੂਪ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਅੰਤ ਕਿਹਨੇ ਜਾਣਨਾ ਹੈ? ਔਰ ਅੰਤ ਦੇ ਅਰਥ ਵੀ ਕੀ ਨੇ? ਅੰਤ ਕੀ ਹੈ? ਜਿਹਦੇ ਬਾਰੇ ਕੋਈ ਜਾਣ ਹੀ ਨਹੀਂ ਸਕਦਾ ਉਹਨੂੰ ਕਹਿੰਦੇ ਨੇ ਅੰਤ। ਜਪ ਬਾਣੀ 'ਚ ਪੜ੍ਹਦੇ ਆ, ਇਹੋ ਅੰਤ। ਅੰਤ ਕੀ ਹੈ? ਇਹ ਅੰਤ ਨਾ ਜਾਣੇ ਕੋਈ, ਜਿਹਨੂੰ ਕੋਈ ਜਾਣ ਹੀ ਨਹੀਂ ਸਕਦਾ। ਆਪਾਂ ਤੇ ਸਮਾਪਤੀ ਨੂੰ ਅੰਤ ਕਹਿ ਦਿੰਦੇ ਹਾਂ, ਸੰਪੂਰਨਤਾ ਨੂੰ ਅੰਤ ਕਹਿ ਲੈਂਦੇ ਹਾਂ। ਜਿੱਥੇ ਐਂਡ ਹੋ ਜਾਵੇ ਇਹਨੂੰ ਅੰਤ ਕਹਿੰਦੇ ਹਾਂ, ਵੀ ਖਤਮ ਹੈ, ਇੱਥੇ ਖਤਮ ਨੂੰ ਅੰਤ ਕਹਿੰਦੇ ਹਾਂ। ਅੰਤ ਦਾ ਅਰਥ ਮਹਾਰਾਜ ਜੀ ਨੇ ਕੀਤਾ ਹੈ। ਮਹਾਰਾਜ ਜੀ ਨੇ ਕਿਹਾ ਜਿਹਨੂੰ ਕੋਈ ਜਾਣ ਹੀ ਨਹੀਂ ਸਕਦਾ, ਕੋਈ ਜਾਣ ਹੀ ਨਹੀਂ ਸਕਿਆ। ਇਸ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ, ਰਾਜਾ ਜੈ ਸਿੰਘ ਦੇ ਬੰਗਲੇ 'ਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ, ਰਾਜਾ ਜੈ ਸਿੰਘ ਔਰੰਗਜ਼ੇਬ ਕੋਲ ਮਹਾਰਾਜ ਦੀ ਬੜੀ ਉਸਤਤ ਕਰਦਾ। ਔਰੰਗਜ਼ੇਬ, ਤੇਰੇ ਕਰਮਾਂ 'ਚ ਗੁਰੂ ਦੇ ਦੀਦਾਰ ਨਹੀਂ, ਇਹ ਬਦਕਿਸਮਤੀ ਹੈ। ਪਰ ਜਿਹੜਾ ਕੋਈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲੈਣਾ, ਉਹਨਾਂ ਦੇ ਦਰਸ਼ਨਾਂ ਦੇ ਨਾਲ ਜੋ ਕੁਝ ਪ੍ਰਾਪਤ ਹੁੰਦਾ ਹੈ ਨਾ, ਇਉਂ ਲੱਗਦਾ ਵੀ ਉਹ ਆਨੰਦ, ਉਹ ਸੁੱਖ, ਉਹ ਸਕੂਨ ਆਪਾਂ ਰਾਜੇ ਮਹਾਰਾਜੇ ਹੋ ਕੇ ਨਹੀਂ ਮਾਣਿਆ, ਜੋ ਸੁੱਖ ਗੁਰੂ ਦੇ ਦਰਸ਼ਨਾਂ ਤੋਂ ਮਿਲਦਾ। ਔਰੰਗਜ਼ੇਬ ਆਖਣ ਲੱਗਾ, ਰਾਜਾ ਥੋੜਾ ਜਿਹਾ ਖਿਆਲ ਕਰੀ, ਤੂੰ ਲੋਕਾਂ ਵੱਲ ਦੇਖਾ ਦੇਖੀ ਤੇ ਨਹੀਂ ਮੱਥੇ ਟੇਕੀ ਜਾਂਦਾ। ਸਿੱਖੀ 5 ਤਰ੍ਹਾਂ ਦੀ ਹੈ। ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ ਸਿਦਕੀ ਵਰੇਖੀ, ਪੰਚਮੈ ਭਾਵ ਕੀ ਭਲੀ, ਪ੍ਰਥਮਾਇਮ ਜਿਮ ਭਾਈ ਚਲੇ, ਸਭ ਸਗਰੇ ਮੁਝ ਨਿਗਰਾ ਕਹੇ, ਲੈ ਸਿੱਖੀ ਧੰਦੇ ਕੀ ਹੈ। ਕੋ ਇੱਕ ਸਿੱਖ ਬਨਿਆ ਕੇ ਦੇਖਾ, ਦਰ ਪਦਾਰਥ ਭਲੇ ਬਸੇਖਾ, ਲੋਭ ਪਦਾਰਥ ਕੋ ਮਨ ਭਇਓ, ਗੁਰ ਕੋ ਸਿੱਖ ਹੋਈ ਸੋ ਗਇਓ।
तीजी सिक्खी हिरसी जानो बहुत करे करण सोठानो सोझी कछु नाप को आई नहीं सीख ले गुरमत पाई। चौथी सिक्खी सिदकी होए गुरबिन अवर न माने कोय। पंचम सिक्खी भाव उपाई लख गुर महिमा पर शरण आई। 5 तरह की सिक्खी है ਜਿਹਦੇ ਚੋਂ 3 ਤਰ੍ਹਾਂ ਦੀ ਸਿੱਖੀ ਬਹੁਤ ਤਾਦਾਦ ਹੈ, ਧੰਦੇ ਦੀ, ਦੇਖਾ ਦੇਖੀ ਤੇ ਹਿਰਸ ਦੀ। ਸਿਦਕ ਦੀ ਤੇ ਪਿਆਰ ਵਾਲੀ ਚੌਥੀ ਤੇ ਪੰਜਵੀਂ, ਸਿਦਕ ਤੇ ਪਿਆਰ, ਇਹ ਵਿਰਲਿਆਂ ਦੇ ਹਿੱਸੇ ਆਈ। ਔਰੰਗਜ਼ੇਬ ਨੇ ਆਖਿਆ ਵੀ ਇਹ ਨਾ ਹੋਵੇ ਵੀ ਲੋਕੀ ਮੱਥਾ ਟੇਕਦੇ ਨੇ ਤੇ ਤੂੰ ਵੀ ਟੇਕੀ ਜਾਏ, ਤੇ ਥੋੜਾ ਜਿਹਾ ਵਿਚਾਰ ਲੈਣਾ ਚਾਹੀਦਾ ਹੈ ਵੀ ਮਹਾਰਾਜ ਦੀ ਉਮਰ ਬੜੀ ਛੋਟੀ ਹੈ। ਇੰਨੀ ਛੋਟੀ ਉਮਰ 'ਚ ਇਹ ਅਜ਼ਮਤਾਂ, ਇਹ ਬਖਸ਼ਿਸ਼ਾਂ ਕਿਤੇ ਲੋਕਾਂ ਦਾ ਬਹੁਤਾ ਦਿਖਾਵਾ ਤੇ ਨਹੀਂ। ਉਹ ਕਹਿੰਦਾ ਜੀ ਫਿਰ, ਉਹ ਕਹਿੰਦੇ ਫਿਰ ਇਹ ਆ ਵੀ ਪਰਖ ਕਰ। ਰਾਜਾ ਜੈ ਸਿੰਘ ਆਖਣ ਲੱਗਾ ਵੀ ਪਰਖ ਕਰਨੀ ਨਹੀਂ ਚਾਹੀਦੀ। ਮੈਂ ਕੀ ਪਰਖ ਕਰਾਂਗਾ, ਮੈਨੂੰ ਕੀ ਸਮਝ ਆ। ਉਹਨੇ ਕਿਹਾ ਨਹੀਂ ਪਰਖ ਕਰ, ਕਿ ਵੀ ਤੇਰੇ ਕਹਿਣ ਤੇ ਮੈਂ ਕਰ ਲੈਣਾ, ਉੱਦਾਂ ਮੇਰਾ ਹੀਆ ਨਹੀਂ। ਉਹਨੇ ਕਿਹਾ ਜ਼ਰੂਰ ਪਰਖ ਕਰ। ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਮੇਰੀਆਂ ਰਾਣੀਆਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਤੇ ਮਹਾਰਾਜ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਲੈ ਆਓ। ਨਹੀਂ ਮਹਾਰਾਜ, ਤੁਸੀਂ ਨਾ ਮੇਰੇ ਨਿੱਜੀ ਨਿਵਾਸ ਵਿੱਚ ਜਿੱਥੇ ਰਾਣੀਆਂ ਦਾ ਵਾਸ ਹੈ ਉੱਥੇ ਕਿਰਪਾ ਕਰੋ, ਨਾਲੇ ਉਹ ਆਪ ਜੀ ਦੇ ਦਰਸ਼ਨ ਕਰਨਗੀਆਂ, ਨਾਲੇ ਹੱਥੀਂ ਸੇਵਾ ਕਰਨਗੀਆਂ, ਉਹਨਾਂ ਦਾ ਜੀਵਨ ਸਫਲ ਹੋਏਗਾ। ਤੇ ਮਨ ਵਿੱਚ ਖਿਆਲ ਇਹ ਸੀ ਵੀ ਮੈਂ ਮਹਾਰਾਜ ਦੀ ਪਰਖ ਕਰਨੀ ਹੈ। ਤੇ ਕੀ ਕੀਤਾ, ਜਿਹੜੀ ਉਹਦੀ ਪਟਰਾਣੀ ਸੀ ਨਾ, ਵੱਡੀ ਰਾਣੀ, ਉਹਨੂੰ ਗੋਲੀਆਂ ਵਾਲੇ ਕੱਪੜੇ ਪਵਾਤੇ, ਗੋਲੀਆਂ ਵਾਲੇ ਕੱਪੜੇ। ਤੇ ਗੋਲੀ ਨੂੰ ਰਾਣੀ ਵਾਲੇ ਕੱਪੜੇ ਪਵਾ ਕੇ ਬਿਠਾ ਦਿੱਤਾ। ਤੇ ਪਾਤਸ਼ਾਹ ਮਹਾਰਾਜ ਜੀ ਜਦੋਂ ਆਏ ਤੇ ਮਹਾਰਾਜ ਜੀ ਨੇ ਪੁੱਛਿਆ ਵੀ ਰਾਜਾ ਤੇਰੀ ਰਾਣੀ ਕਿਹੜੀ ਹੈ? ਹੱਥ ਜੋੜ ਕੇ ਆਂਦਾ, ਮਹਾਰਾਜ ਤੁਸੀਂ ਦੱਸੋ। ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਏ ਨਾ, ਜਿਹੜੀ ਆ ਕੇ ਨਮਸਕਾਰ ਕਰੇ, ਮੱਥਾ ਟੇਕੇ, ਤੇ ਮਹਾਰਾਜ ਆਖਦੇ ਨੇ ਇਹ ਵੀ ਤੇਰੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਅਖੀਰ ਤੇ ਉਹ ਜਿਹਨੂੰ ਗੋਲੀਆਂ ਵਾਲੇ ਕੱਪੜੇ ਪਵਾਏ ਸੀ ਉਹਨੇ ਆ ਕੇ ਮੱਥਾ ਟੇਕਿਆ ਤੇ ਮਹਾਰਾਜ ਜੀ ਨੇ ਉਹਦੇ ਸਿਰ ਤੇ ਛਟੀ ਰੱਖੀ ਤੇ ਆਖਿਆ ਇਹ ਤੇਰੀ ਰਾਣੀ ਹੈ, ਪਰ ਗੋਲੀਆਂ ਵਾਲੇ ਕੱਪੜੇ ਪਾਈ ਫਿਰਦੀ ਹੈ। ਰਾਣੀ ਹੋ ਕੇ ਗੋਲੀਆਂ ਵਾਲੇ ਕੱਪੜੇ, ਜੇ ਪਰਮਾਤਮਾ ਨੇ ਰਾਜ ਭਾਗ ਦਿੱਤਾ ਹੈ, ਇਹਨੂੰ ਮਾਣੋ, ਇਹਦਾ ਆਨੰਦ ਮਾਣੋ, ਮਾਲਕ ਦਾ ਸ਼ੁਕਰ ਕਰੋ। ਤੇ ਪਾਤਸ਼ਾਹ ਜੀ ਨੇ ਬਚਨ ਕਿਹਾ ਵੀ ਰਾਜਾ ਸਾਡੀ ਪਰਖ ਕਰਨ ਵਾਸਤੇ ਤੈਨੂੰ ਗੁਰੂ ਨਾਨਕ ਦੀ ਗੱਦੀ ਤੇ ਸ਼ੱਕ ਹੋ ਗਿਆ। ਔਰੰਗਜ਼ੇਬ ਨੂੰ ਭਰੋਸਾ ਨਹੀਂ, ਬਾਤ ਜੁਦਾ ਹੈ, ਕਿਉਂਕਿ ਉਹਦਾ ਅਕੀਦਾ ਨਹੀਂ ਹੈ, ਉਹਦਾ ਅਕੀਦਾ ਕਿਤੇ ਹੋਰ ਹੈ। ਉਹਨੂੰ ਮੁਬਾਰਕ, ਪਰ ਤੂੰ ਤੇ ਬੜੇ ਪਿਆਰ ਨਾਲ, ਬੜੀ ਸ਼ਰਧਾ ਨਾਲ ਲੈ ਕੇ ਆਇਆ ਸਾਂ ਤੇ ਤੈਨੂੰ ਹੀ ਸ਼ੱਕ ਹੋ ਗਿਆ। ਪਾਣੀਓਂ ਪਾਣੀ ਹੋ ਗਿਆ, ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਚਰਨਾਂ ਤੇ ਢਹਿ ਕੇ ਮਾਫੀ ਮੰਗੀ, ਸਤਿਗੁਰੂ ਮੇਰੇ ਤੋਂ ਭੁੱਲ ਹੋ ਗਈ, ਮੈਂ ਪਰਖ ਕਰਨ ਵਾਸਤੇ ਤੁਰ ਪਿਆ। ਮੈਂ ਪਰਖਾਂ ਤੇ ਸਹੀ, ਗੁਰੂ ਜਾਣਦਾ ਵੀ ਹੈ ਦਿਲ ਦੀ ਕਿ ਨਹੀਂ ਜਾਣਦਾ। ਕਈ ਵਾਰ ਆਪਾਂ ਬਹੁਤਾ ਸਮਾਂ ਜ਼ਿੰਦਗੀ ਦਾ ਬਸ ਗੁਰੂ ਦੀ ਪਰਖ ਕਰਦੇ ਹੀ ਕੱਢ ਦਿੰਦੇ ਹਾਂ। ਗੁਰੂ ਨੇ ਉਹਨੂੰ ਦਿੱਤਾ, ਮੈਂ ਵੀ ਜਾ ਕੇ ਵੇਖਾਂ ਮੈਨੂੰ ਦਿੰਦਾ ਕਿ ਨਹੀਂ ਦਿੰਦਾ। ਉਹਦੇ ਦੁੱਖ ਗੁਰੂ ਨੇ ਕੱਟੇ ਨੇ, ਮੇਰੇ ਕੱਟਦਾ ਕਿ ਨਹੀਂ ਕੱਟਦਾ। ਵੇਖਾਂ ਤੇ ਸਹੀ, ਉੱਥੇ ਸਾਰੇ ਜਾਂਦੇ ਨੇ, ਮੈਂ ਵੀ ਜਾ ਕੇ ਵੇਖਾਂ ਤੇ ਸਹੀ। ਤੇ ਜਦੋਂ ਵੇਖਾਂ ਤੇ ਸਹੀ ਵਾਲਾ ਖਿਆਲ ਹੈ ਨਾ, ਫਿਰ ਇਹ ਤੋਂ ਕੀ ਲੈ ਕੇ ਜਾਣਾ ਕਿਸੇ ਨੇ। ਇੱਥੇ ਤੇ ਫਿਰ ਇਹ ਹੈ ਵੀ ਨਿਮਰਤਾ, ਭਰੋਸਾ, ਯਕੀਨ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜਾ ਵੀ ਤੇਰੇ ਦਰ ਤੇ ਆਉਂਦਾ ਹੈ ਨਾ, ਤੂੰ ਉਹਨੂੰ ਖਾਲੀ ਨਹੀਂ ਜਾਣ ਦਿੰਦਾ। ਲੈਣ ਵਾਲਾ ਲੈ ਲੈ ਕੇ ਥੱਕ ਜਾਏ, ਮੇਰੇ ਸਾਹਿਬਾ ਤੂੰ ਦੇ ਦੇ ਕੇ ਨਹੀਂ ਥੱਕਦਾ। ਵੱਡਾ ਦਾਤਾ ਤਿਲ ਨਾ ਤਮਾਏ, ਤੂੰ ਵੱਡਾ ਦਾਤਾ ਹੈ। ਤੋ ਭੱਟ ਜੀ ਕਹਿੰਦੇ ਨੇ ਅੰਤ ਨ ਪਾਵਤ ਦੇਵ ਸਭੈ ਮੁਨ, ਦੇਵਤੇ ਵੀ ਉਹਦਾ ਅੰਤ ਨਹੀਂ ਪਾਉਂਦੇ, ਸਾਰੇ ਮੁਨੀ ਉਹਦਾ ਅੰਤ ਨਹੀਂ ਪਾਉਂਦੇ। 9 ਮੁਨੀ ਮੰਨੇ ਨੇ, ਬਾਣੀ 'ਚ ਵੀ ਜ਼ਿਕਰ ਹੈ।
जनक जनक बैठे सिंघासन, 9 मुनि धूर मुख लावे गो। 9 मुनि ते 9 मुनियां चों श्रेष्ठ मुनि मन्निया गया सब तो सर्वोत्तम नारद मुनि। ध्रुव भगत नूं नारद जी ने उपदेश दिता है भी परमात्मा की बंदगी कर, उस पासे तुर। ये नारद मुनि ये ब्रह्मा का पुत्र भी बहुत सारे ग्रंथां च भी जिक्र है कि ब्रह्मा का पुत्र है। ਉਹਦਾ ब्रह्मा के 4 पुत्रां का जिक्र गुरु ग्रंथ ਸਾਹਿਬ ਮਹਾਰਾਜ ਚ आया है। ये भी अंत ना पा सकिया, ये भी अंत ना पा सकिया। इंद्र महाशिव जोग करी, इंद्र स्वर्गपुरी का राजा, 33 करोड़ देवी देवतियां का मुखी राजा, जिहदे कोल जदों समुंदर मंथन किया जो कुछ उहदे चों पदार्थ निकले उन्हां दा मालक है वो। जिहदे च लक्ष्मी, जिहदे च कामधेन गऊ, जिहदे च पारजात रुख उहदे स्वर्ग विच ने, पर वो भी परमात्मा दा वाहिगुरू दा अंत नहीं पा सकिया। कि बेनती स्वर्ग ते नरक दा वार वार जिक्र आउंदा है, पर जदों गुरबाणी पढ़ीए ना तो सिख की मंजिल स्वर्ग नरक नहीं। नरक तो एक पासे छड्डो, सिख की मंजिल स्वर्ग भी नहीं। क्या नरक क्या स्वर्ग विचारा संतन दो राधे। मैं की करना है स्वर्ग विच, स्वर्ग भी नहीं चाहिए। सिख कित्थे पहुंचता है? सिख नूं गुरु पूछे भी कित्थे जाना चाहुंदा है? महाराज तुहाडी किरपा हुई, तुहाडी शरण विच आए, नरक चित्ते जाणो रहे ते फिर ते महाराज स्वर्ग जाने की इच्छा ही नहीं, स्वर्ग जाना ही नहीं, फिर कित्थे जाना है? सिख की सुरत है मैं नरक च नहीं जाना, मैं स्वर्ग च नहीं जाना, मैं जाना तुहाडे चरणां विच, मैं रहना तुहाडे चरणां विच। ते वो कित्थे है? वो स्वर्ग नहीं, वो है सचखंड। सचखंड वसै निरंकार। सिख की जीवनी, सिख की सुरत बहुत उच्ची है। जदों आपां रब दे प्यारियां दा, संतां महापुरखां दा, गुरु साहिबां दा, गुरु दे सिखां दा जीवन, शहीदां दा जीवन पढ़दे हैं तो बाहरली तौर ते किसी नूं कहंदे ना ये स्वर्ग सुधार गया, तो गुरसिੱਖੀ ਵਿੱਚ शब्द नहीं वरते जाते भी ये स्वर्ग चला गया। नहीं, असीं कहने सचखंड प्याना कीता, प्रभपुर प्याना कीता। प्रभपुर गुरु तेग बहादुर महाराज जी की शहीदी नाल संबंधित आपां जदों बचन पढ़ते हैं, ठीकर फोर दलीस सिर, शहीदी दे दी, शरीर रूपी ठीकरा महाराज जी ने फोड़िया और रंगे दे सिर ते आप कित्थे गए? स्वर्गा च गए? ना ना, स्वर्गा च नहीं, स्वर्ग तो बहुत उरे की चीज़ है। फिर महाराज कित्थे गए गुरु तेग बहादुर साहब? प्रभपुर, प्रभु दी पुरी, जिथे रब रहिंदा है, सचखंड, सचखंड गए। तेग बहादुर से किरिया करी ना किन्हू मान, तेग बहादुर के चलत। फिर 2 काम होए गुरु तेग बहादुर महाराज जी की शहीदी वाले दिन। एक पासे हाहाकार हुई, एक पासे जय जयकार हुई। हुण गुरु तेग बहादुर महाराज जी की शहीदी ते खुशी कौन मनाएगा? पर महाराज की बाणी कहती है कि गुरु तेग बहादुर महाराज जी की शहीदी ते खुशी मनाई गई। हुण आखांगे भी ये किहड़ा इहो जिहा अशरदक होएगा भी जिहड़ा गुरु तेग बहादुर महाराज जी की शहीदी ते खुशी मनावे। अज आपां जदों जिक्र करते हैं दिल भर आउंदा है, हिरदा कंब जांदा है शहीदी सुन के। कौन है जिन्हें खुशी मनाई? ते अगे बचन है सब जग भयो, संसार विच मच गई हाहाकार, जय 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 सुरलोक। ते देवतियां ने खुशी मनाई, देवतियां ने सुरलोक स्वर्गां विच जय जयकार की गुरु तेग बहादुर महाराज जी की। क्यों की? कि अज गुरु तेग बहादुर महाराज जी ने शहीदी दी है तो दुनिया ते साडा नाम निशान रह गया।
नहीं तो मिट जाता। कवि संतोख सिंह जी। छाए जाती एकता अनेकता बिलाए जाती होवती कुचेलता कतेबन कुरान की पाप ही प्रपक जाते धर्म तसक जाते वर्ण गर्क जाते सहित विधान की। देवी देव देवरे संतोख सिंह दूर होते रीत मिट जाती कथा वेदन पुराण की। श्री गुरु गोबिंद सिंह पावन परम सूर मूर्त न होती जो पे करुणा निधान की। महाराज जी का पावन प्रकाश गुरपुरब मना रहे ना। ते जे पातशाह महाराज 9 साल की उम्रे बापू नूं ना तोड़ दे ते धर्म की राखी लई गुरु तेग बहादुर महाराज जी की शहादत तो बाद हाहाकार करदियां मायूस होईयां सिख संगतां दे अंदर जज्बा जोश बहादरी ये ना भरदे ते गुलामी दीयां जंजीरां किते गलों लैंदियां? कदी भी ना लैंदियां। ये कलगियां वाले पातशाह महाराज जी की बख्शिश, ये महाराज जी की महान बख्शिश है। इस देश नूं देन है कलगियां वाले महाराज जी की। ते जे पातशाह महाराज जी ना कर दे तो फिर सारा कुछ खत्म हो जाता। गुरु तेग बहादुर महाराज जी की शहीदी ते कलगियां वाले महाराज जी की इस देश नूं देन ना। एक बारी पाकिस्तान की यात्रा ते गए तो उत्थे याद आई। असी ज्यों तुरे लाहौर तो बाई रोड ते हसन अब्दाल पंजा साहिब पहुंचे ते सारे रस्ते किते कोई मंदिर ना दिखे, किते कोई होर ना दिखे, जेड़ा कोई भाई दिखे वो मुसलमान, जे किते कोई रब दे नां दी आवाज़ सुने तो वह अजान, कोई धार्मिक स्थान दिखे तो मसीत। तो मन में ख्याल आया भी ये साडे देश विच भी आई कुछ हुंदा, क्योंकि औरंगजेब आई चाहुंदा सी भी इत्थे जेकर किसे देवी देवते दा ये गुरु पीरां दा अवतारां दा जिक्र करते हैं ना, ये सारियां दी तां इक्को जिक्र होना चाहिए कि इहदा सल्लल्लाहु अलैहि वसल्लम हज़रत मुहम्मद साहब दा इक्को धार्मिक ग्रंथ होना चाहिए कुरान, इक्को धार्मिक स्थान होना चाहिए मसीत, इक्को ही धर्म होना चाहिए इस्लाम। ये महान बख्शिश गुरु तेग बहादुर महाराज जी ने की। रंगिया गलत सोच के बैठा तू, ये नहीं होना, ये नहीं होना। ये कलगियां वाले महाराज जी की बख्शिश जिन्हों ने 9 साल की उम्र अपने बापू नूं तोड़िया और सानू ये बख्शिशां ये रहमतां कीतियां। सिंह साहब जी जिक्र कर रहे सन भी असीं अकाल पुरख की फौज हाँ और दुनिया ने गिणती विच क्वांटिटी विच सानू भावें घट है, साडी क्वालिटी वेखी है लोगों ने। जिदन किसी भुखे नूं रोटी ना मिले उन्होंने गुरुद्वारा याद आउंदा, गुरुद्वारे वाल भजदा है, इत्थों दे मिलेगी। ते दिल्ली च वेखिया ना जदों लोगों के साह औखे हुए उदों लोग पग्गां वाले वाल वेख के भजदे सी भी इन्हां कोल सिलेंडर दा किते कोई प्रबंध होवे। ये गुरु की बख्शिश है, ये गुरु की रहमत है। मैं सिंह साहब जी के सन्मान का जिक्र किया ना, ये सन्मान सेवा नूं ने। राड़ा साहब वाले महापुरख संत बाबा ईसर सिंह जी महाराज राड़ा साहब वाले धारना पढ़ते होंदे सी बड़े प्रेम नाल, नाम जपीए तां दूर हुंदे दुखड़े सेवा करके मान पाईदा। ये मान सन्मान घरां नूं अंदर कुंडे ला के बैठे नहीं मिलते, ये गुरु की सेवा कीते मिलते हैं। और सेवा वास्ते फिर हिम्मत चाहिए, फिर हौसला चाहिए, निर्भयता चाहिए। ये गुण कलगियां वाले महाराज जी ने सानू बख्शे। तो इंद्र दी पूरी स्वर्ग, इंद्र भी परमात्मा का अंत ना पा सकिया। महादेव महाशिव ये 2 नाम ने इकट्ठे, शिव नाम परमेश्वर का।
ਜਦੋਂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਆ ਨਾ, ਦੇਹ ਸ਼ਿਵਾ ਬਰ ਮੋਏ ਇਹ ਸ਼ੁਭ ਕਰਮ ਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਤੇ ਉਦੋਂ ਫਿਰ ਕਈ ਵਾਰ ਇਹ ਹੁੰਦਾ ਵੀ ਵੇਖੋ ਜੀ ਕਲਗੀਆਂ ਵਾਲੇ ਮਹਾਰਾਜ ਨਾ ਸ਼ਿਵ ਕੋਲੋਂ ਵਰ ਮੰਗ ਰਹੇ ਨੇ। ਸ਼ਿਵ ਕੋਲੋਂ ਕਿ ਮਹਾਰਾਜ ਸ਼ਿਵ ਜੀ ਦੇ ਪੁਜਾਰੀ ਨੇ। ਚੌਪਈ ਸਾਹਿਬ ਧਿਆਨ ਨਾਲ ਪੜ੍ਹੋ ਤੇ ਉਹਦੇ 'ਚ ਨਿਰਣਾ ਸ਼ਿਵ ਕੌਣ ਹੈ। ਜਿਹੜਾ ਬੈਲ ਦੀ ਸਵਾਰੀ ਕਰਨ ਵਾਲਾ, ਵਿਭੂਤੀ ਮਲਣ ਵਾਲਾ, ਸਿਰ ਤੇ ਜਟਾ ਰੱਖਣ ਵਾਲਾ, ਪਾਰਵਤੀ ਦਾ ਪਤੀ ਕੰਤ, ਜਿਹਦੇ ਜਟਾ ਚੋਂ ਕੇਸਾ ਚੋਂ ਸਨਾਤਨ ਮਤ ਦੀ ਵਿਚਾਰ ਅਨੁਸਾਰ ਗੰਗਾ ਨਿਕਲੀ, ਜਿਹਨੂੰ ਉਹ ਸ਼ਿਵ ਜੀ ਆਖਦੇ ਨੇ, ਉਹਦਾ ਨਾਮ ਸ਼ਿਵ ਨਹੀਂ, ਉਹਦਾ ਨਾਮ ਮਹਾਦੇਵ ਹੈ। ਚੌਪਈ ਸਾਹਿਬ ਪੜ੍ਹੋ ਤੇ ਮਹਾਰਾਜ ਕੀ ਕਹਿੰਦੇ ਨੇ, ਮਹਾਦੇਵ ਕੋ ਕਹਿਤ ਸਦਾ ਸ਼ਿਵ। ਕਹਿੰਦੇ ਲੋਕੀ ਕੀ ਕਹਿੰਦੇ ਨੇ, ਮਹਾਦੇਵ ਨੂੰ ਹੀ ਸ਼ਿਵ ਆਖੀ ਜਾਂਦੇ ਨੇ ਕਿ ਇਹ ਰੱਬ ਹੈ, ਨਾਮ ਤੇ ਉਹਦਾ ਮਹਾਦੇਵ ਹੈ। ਕਹਿੰਦੇ ਨਾ ਹਰ ਹਰ ਮਹਾਦੇਵ, ਉਹ ਸ਼ਿਵ ਜੀ ਲਈ ਹੈ, ਉਹ ਖਿਮਾ ਕਰਨਾ ਉਹ ਮਹਾਦੇਵ ਲਈ ਹੈ। ਤੇ ਜਿਹੜਾ ਉਹ ਕਹਿੰਦੇ ਨੇ ਓਮ ਨਮः ਸ਼ਿਵਾਏ, ਉਹ ਸ਼ਿਵ ਨਾਮ ਪਰਮੇਸ਼ਰ ਦਾ ਹੈ, ਉਹ ਪਰਮੇਸ਼ਰ ਲਈ ਹੈ। ਤੇ ਲੋਕੀ ਮਹਾਦੇਵ ਨੂੰ ਸ਼ਿਵ ਆਖੀ ਜਾਂਦੇ ਨੇ, ਇਹੀ ਸ਼ਿਵ ਹੈ ਜੀ। महादेव को कहत सदा शिव, निरंकार का चीनत न पिव। ਉਹ ਨਿਰੰਕਾਰ ਦਾ ਭੇਦ ਨਹੀਂ ਜਾਣਿਆ ਤੇ ਮਹਾਦੇਵ ਨੂੰ ਹੀ ਸ਼ਿਵ ਜੀ ਆਖੀ ਗਏ, ਸ਼ਿਵ ਆਖੀ ਗਏ। ਉਹ ਜਿਹੜਾ ਮਹਾਦੇਵ ਹੈ ਨਾ, ਮਹਾਦੇਵ, ਉਹਨੇ ਵੀ ਸ਼ਿਵ ਦਾ, ਪਰਮੇਸ਼ਰ ਦਾ ਅੰਤ ਨਹੀਂ ਪਾਇਆ। ਯੋਗ ਕਰੀ, ਭਾਵੇਂ ਉਹਨੇ ਬਹੁਤ ਯੋਗ ਕੀਤਾ, ਬੜੀਆਂ ਚੌਂਕੜੀਆਂ ਮਾਰੀਆਂ, ਬੜੀਆਂ ਸਾਧਨਾ ਸਾਧੀਆਂ, ਬੜੀ ਭਗਤੀ ਕੀਤੀ, ਇੱਥੇ ਬਸ ਨਹੀਂ। ਹੁਣ ਵੇਦ ਬਿਰੰਚ ਵਿਚਾਰ ਰਹਿਓ। ਫਿਰ ਅੱਗੇ ਜ਼ਿਕਰ ਹੈ ਬ੍ਰਹਮਾ ਦਾ। ਬ੍ਰਹਮਾ ਬੜਾ ਵਿਦਵਾਨ ਮੰਨਿਆ, ਉਹਨੇ ਵੇਦ ਰਚੇ। ਉਹਨੇ ਕਿਹਾ ਮੈਂ ਵੇਦਾਂ ਦੇ ਰਾਹੀਂ ਪਰਮਾਤਮਾ ਦਾ ਅੰਤ ਪਾਵਾਂ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਜਿਹੜਾ ਬ੍ਰਹਮਾ ਵੇਦ ਰਚ ਕੇ ਪਰਮੇਸ਼ਰ ਦਾ ਅੰਤ ਨਾ ਪਾ ਸਕਿਆ, ਤੇ ਅਖੀਰ ਤੇ ਲਿਖ ਦਿੱਤਾ ਨੇਤ ਨੇਤ। ਗੁਰੂ ਗ੍ਰੰਥ ਸਾਹਿਬ 'ਚ ਬਚਨ ਨੇਤ ਨੇਤ ਕਥੰਤ ਵੇਦਾ। ਵੇਦਾਂ ਨੇ ਅਖੀਰ 'ਚ ਕੀ ਕਹਿ ਦਿੱਤਾ? ਨੇਤ ਨੇਤ। ਨੇਤ ਨੇਤ ਦਾ ਮਤਲਬ ਨਾ ਇਤੀ, ਜੋ ਕਿਹਾ ਗਿਆ ਪਰਮਾਤਮਾ ਬਾਰੇ ਬਹੁਤ ਕਿਹਾ ਗਿਆ, ਲਿਖਿਆ ਬਹੁਤ ਗਿਆ, ਬੜਾ ਜ਼ਿਕਰ ਕੀਤਾ, ਪਰ ਨਾ ਇਤੀ, ਪਰਮਾਤਮਾ ਇੰਨਾ ਨਹੀਂ ਹੈ, ਇਹਦੇ ਤੋਂ ਪਰੇ ਹੈ, ਇਹਦੇ ਤੋਂ ਅੱਗੇ ਹੈ, ਇੰਨਾ ਨਹੀਂ ਹੈ। ਫਿਰ ਵੇਦ ਬਿਰੰਚ ਵਿਚਾਰ ਰਹਿਓ। ਬਿਰੰਚ ਬ੍ਰਹਮਾ, ਉਹਨੇ ਵੇਦ ਉਚਾਰਨ ਕੀਤੇ, ਵੇਦ ਵਿਚਾਰੇ, ਵੇਦ ਲਿਖੇ। ਹਰ ਜਾਪ ਨਾ ਛਾਡਿਓ ਏਕ ਘੜੀ। ਉਹਦਾ ਅੰਤ ਪਾਉਣ ਵਾਸਤੇ ਇੱਕ ਘੜੀ ਵੀ ਉਹਦਾ ਉਹਨੇ ਸਿਮਰਨ ਨਹੀਂ ਛੱਡਿਆ। ਉਹਨੂੰ ਯਾਦ ਕਰਦਾ ਰਿਹਾ, ਉਹਨੂੰ ਜਪਦਾ ਰਿਹਾ, ਤੇ ਕੀ ਉਹਨੇ ਅੰਤ ਪਾ ਲਿਆ? ਉਹਨੇ ਵੀ ਅੰਤ ਨਾ ਪਾਇਆ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ। ਮੇਰਾ ਸਤਿਗੁਰੂ ਮਥੁਰਾ ਜਨ ਕੋ, ਇਹ ਜਨ ਸੇਵਕ ਮਥੁਰਾ ਦਾ ਪ੍ਰਭੂ ਕੌਣ ਹੈ? ਮੇਰਾ ਪ੍ਰਭੂ, ਮੇਰਾ ਰੱਬ। ਮੈਂ ਉਹ ਰੱਬ ਨੂੰ ਤੇ ਵੇਖਿਆ ਨਹੀਂ, ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਅਗੋਚਰ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹਨੂੰ ਤਾਂ ਮੈਂ ਵੇਖਿਆ ਨਹੀਂ। ਪਰ ਆਹ ਰੱਬ ਨੂੰ ਤੇ ਸਾਹਮਣੇ ਵੇਖਿਆ ਨਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਮਣੇ ਬੈਠੇ ਨੇ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਾ ਖਰ। ਅੱਗੇ ਬਚਨ ਆਏਗਾ, ਮੈਂ ਇਹਨੂੰ ਤੇ ਵੇਖਿਆ ਨਾ, ਤੇ ਮੇਰੇ ਇਸ ਰੱਬ ਦਾ, ਮੇਰੇ ਇਸ ਪ੍ਰਭੂ ਦਾ। ਦੇਖੋ ਜੇ ਆਪਾਂ ਇਸ ਘੁੰਡੀ ਨੂੰ, ਇਸ ਭੇਦ ਨੂੰ ਸੌਖਾ ਜਿਹਾ ਸਮਝ ਲਈਏ ਨਾ, ਜੇ ਰੱਬ ਨੂੰ ਜਾਣਨਾ ਨਾ, ਤੇ ਰੱਬ ਨੂੰ ਜਾਣਨ ਵਾਸਤੇ ਕੀ ਕਰਨਾ ਹੈ? ਆਪ ਹਦੂਰੇ ਜੋ ਕੁਝ ਮਰਜ਼ੀ ਕਰੀ ਜਾਈਏ, ਕੱਖ ਪਤਾ ਨਹੀਂ ਲੱਗਣਾ। ਬੜੇ ਬੜੇ ਵੱਡੇ ਖੱਪ ਕੇ ਮਰ ਗਏ, ਧੂਣੀਆਂ ਤਾ ਕੇ, ਸਮਾਧੀਆਂ ਲਾ ਕੇ, ਬੜੇ ਖੱਪ ਮਰ ਗਏ, ਕਿਸੇ ਨੂੰ ਪਤਾ ਨਾ ਲੱਗਾ। ਜੇ ਉਹਦੇ ਬਾਰੇ ਕੁਝ ਜਾਣਨਾ ਹੈ, ਉਹਦੇ ਤੱਕ ਪਹੁੰਚਣਾ ਹੈ, ਤੇ ਇੱਕੋ ਇੱਕ ਤਰੀਕਾ ਹੈ, ਇੱਕੋ ਇੱਕ। ਉਹ ਕੀ ਹੈ? ਇੱਕ ਓੰਕਾਰ। ਓੰਕਾਰ ਸਦੀਵ ਕਾਲ ਏਕ ਹੈ। ਜੇ ਉਹਨੂੰ ਜਾਣਨਾ ਹੈ
ਉਹਦੀ ਬਖਸ਼ਿਸ਼ ਨੂੰ ਮੰਨਣਾ ਹੈ, ਉਹਦਾ ਆਨੰਦ ਲੈਣਾ ਹੈ, ਉਹਦੇ ਨਾਲ ਜੁੜਨਾ ਹੈ, ਉਹਦਾ ਰੂਪ ਹੋਣਾ ਹੈ, ਉਹਦੇ 'ਚ ਭੇਦ ਹੋਣਾ ਹੈ। ਇੱਕੋ ਤਰੀਕਾ ਜੀ, ਉਹ ਕੀ ਹੈ? ਸਤਿਗੁਰ ਪ੍ਰਸਾਦ। ਉਹ ਹੈ ਗੁਰੂ ਦੀ ਕਿਰਪਾ, ਉਹ ਹੈ ਗੁਰੂ ਦੀ ਕਿਰਪਾ। ਗੁਰੂ ਦੱਸੇਗਾ, ਗੁਰੂ ਬੁਝਾਏਗਾ, ਗੁਰੂ ਜਣਾਏਗਾ, ਗੁਰੂ ਸਮਝਾਏਗਾ, ਫਿਰ ਸਮਝ ਆਏਗੀ। ਗੁਰੂ ਨੇ ਦੱਸਣਾ, ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬੈ ਸਰਬ ਸੰਭਾਲੀ। ਬਾਹਰੋਂ ਪਤਾ ਲੱਗੇਗਾ ਕਿ ਕੌਣ ਜਾਣੇ? ਕੋਈ ਨਹੀਂ ਜਾਣਦਾ, ਗੁਰੂ ਜਾਣਦਾ। ਕਿਉਂ? ਗੁਰ ਪਰਮੇਸ਼ਰ ਨਾ ਹੀ ਭੇਦ। ਗੁਰੂ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਗੁਰੂ ਕੋਲ ਆ ਜਾਓ, ਗੁਰੂ ਜਣਾਏਗਾ। ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਗੁਰੂ ਜਣਾਉਂਦਾ। ਫਿਰ ਤੇ ਜਣਾਉਣ ਲੱਗਿਆ ਕੀ ਕਰਦਾ? ਕੋਈ ਬਹੁਤਾ ਸਮਾਂ ਨਹੀਂ ਲਾਉਂਦਾ ਗੁਰੂ। ਗੁਰੂ ਫਿਰ ਇਹ ਬਖਸ਼ਿਸ਼ ਕਰ ਦਿੰਦਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਰੀ ਨਹੀਂ ਕਰਦਾ। ਉਹ ਅੰਦਰ ਗਿਆਨ ਦਾ ਦੀਵਾ ਜਗਾ ਕੇ ਝੱਟ ਮਿਲਾਪ ਕਰਾ ਦਿੰਦਾ ਹੈ। ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਇਓ। ਦੂਰੀ ਹੈ ਨਹੀਂ ਪਰ ਤੂੰ ਸਮਝੀ ਬੈਠਾ ਹੈ। ਇਹ ਦੂਰੀ ਤੇਰੇ ਤੇ ਰੱਬ ਵਿੱਚ ਜੋ ਫਰਕ ਹੈ ਨਾ, ਦੂਰੀ ਹੈ, ਵੇਤ ਹੈ, ਪੜਦਾ ਹੈ, ਉਹ ਰੱਬ ਵੱਲੋਂ ਕੋਈ ਨਹੀਂ, ਤੇਰੇ ਵੱਲੋਂ ਹੀ ਹੈ। ਉਹ ਹੈ ਮੈਂ ਦਾ, ਉਹ ਹੈ ਹਉਮੈ ਦਾ। ਇਹ ਬੱਜਰ ਕਪਾਟ ਜਿਹੜੇ ਅੰਦਰ ਮੈਂ ਮੇਰੀ ਦੇ ਨਾ, ਇਹ ਗੁਰੂ ਖੋਲ ਦਿੰਦਾ। ਬਾਹਰ ਢੂੰਡਣ ਤੇ ਛੂਟ ਪਰੇ। ਗੁਰੂ ਨੇ ਜਦੋਂ ਬੱਜਰ ਕਪਾਟ ਖੋਲ ਦਿੱਤੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਮਿਲਾਉਂਦਾ। ਤੇ ਭੱਟ ਮਥਰਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਹੈ, ਸਾਹਮਣੇ ਖਲੋ ਕੇ ਉਸਤਤ ਕਰਦੇ ਨੇ, ਮਥਰਾ ਜਨ ਕੋ ਪ੍ਰਭ। ਇਹ ਮਥਰਾ ਸੇਵਕ ਦਾ ਪ੍ਰਭੂ, ਮੇਰਾ ਰੱਬ ਕੌਣ ਹੈ? ਗੁਰੂ ਅਰਜਨ ਦੇਵ ਮਹਾਰਾਜ। ਤੇ ਤੁਹਾਨੂੰ ਗੁਣ ਦੱਸ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ। ਕੀ ਗੁਣ ਹੈ? ਦੀਨ ਦਿਆਲ ਹੈ। ਮੇਰਾ ਗੁਰੂ ਦੀਨ ਦਿਆਲ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ। ਜਾ ਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੁਹੇ ਡਰੇ। ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਜਿਹਨੂੰ ਦੁਨੀਆ 'ਚ ਕਿਤੇ ਢੋਈ ਨਹੀਂ, ਮੇਰਾ ਗੁਰੂ ਉਹਨੂੰ ਗਲ ਵਕੜੀ ਵਿੱਚ ਲੈ ਲੈਂਦਾ ਹੈ। ਜਿਹਨੂੰ ਦੁਨੀਆ 'ਚ ਕੋਈ ਨਹੀਂ ਰੱਖ ਸਕਦਾ, ਉਹਨੂੰ ਗੁਰੂ ਰੱਖਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ। ਔਰੰਗਜ਼ੇਬ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਜੀਵਨ ਪੜ੍ਹਨਾ। ਇਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਔਰੰਗਜ਼ੇਬ ਦੇ ਦਰਬਾਰ ਦੇ ਬੜੇ ਸਤਿਕਾਰਯੋਗ ਮੁਲਾਜ਼ਮ ਸਨ। ਤੇ ਇਹਨਾਂ ਦੀ ਡਿਊਟੀ ਕੀ ਸੀ? ਔਰੰਗਜ਼ੇਬ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਭਾਈ ਨੰਦ ਲਾਲ ਜੀ ਮੀਰ ਮੁੰਸ਼ੀ ਸੀ, ਹੈਡ ਮਾਸਟਰ। ਇੱਕ ਵਾਰੀ ਕੋਈ ਕੁਰਾਨ ਦੀ ਆਇਤ ਦਾ ਮਾਇਨਾ ਔਰੰਗਜ਼ੇਬ ਨੇ ਪੁੱਛਿਆ। ਕਾਜ਼ੀਆਂ ਮਲਾਣਿਆਂ ਨੇ ਜਵਾਬ ਦਿੱਤਾ। ਔਰੰਗਜ਼ੇਬ ਦੀ ਤਸੱਲੀ ਨਾ ਹੋਈ। ਔਰੰਗਜ਼ੇਬ ਦਾ ਛੋਟਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ, ਜਿਹਨੂੰ ਕਲਗੀਆਂ ਵਾਲੇ ਮਹਾਰਾਜ ਜੀ ਨੇ ਆਗਰੇ ਦੇ ਕਿਲੇ 'ਚ ਤਾਜ਼ੋ ਤਖਤ ਬਖਸ਼ਿਸ਼ ਕੀਤਾ ਹੈ, ਇਸ ਦੇਸ਼ ਦਾ ਰਾਜ ਬਖਸ਼ਿਸ਼ ਕੀਤਾ ਹੈ। ਬਾਅਦ 'ਚ ਬਹਾਦਰ ਸ਼ਾਹ ਜਿਹਦਾ ਨਾਮ ਹੋਇਆ, ਉਹ ਵੀ ਸਭਾ 'ਚ ਬੈਠਾ ਹੈ। ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਨੂੰ, ਮੀਰ ਮੁੰਸ਼ੀ ਸਾਨੇ ਦੇ ਸ਼ਹਿਜ਼ਾਦਾ ਮੁਅੱਜ਼ਮ ਦੇ, ਇਹਨੂੰ ਪੜ੍ਹਾਉਂਦੇ ਸਨ। ਅਰਬੀ ਫਾਰਸੀ ਦੇ ਅਰਬ ਫਾਜ਼ਲ ਵਿਦਵਾਨ ਨੇ। ਅੱਜ ਸ਼ਹਿਜ਼ਾਦਾ ਮੁਅੱਜ਼ਮ ਆਇਆ ਤੇ ਉਹਦਾ ਚਿਹਰਾ ਉਤਰਿਆ ਹੋਇਆ। ਭਾਈ ਨੰਦ ਲਾਲ ਜੀ ਨੇ ਪੁੱਛਿਆ ਵੀ ਪੁੱਤਰ ਗੱਲ ਕੀ ਹੈ? ਉਹ ਕਹਿੰਦੇ ਜੀ ਕੀ ਦੱਸਾਂ, ਅੱਜ ਸਭਾ ਦੇ ਵਿੱਚ ਅੱਬਾ ਨੇ ਸਵਾਲ ਕੀਤਾ, ਕਿਸੇ ਨੂੰ ਉਹਦਾ ਜਵਾਬ ਨਾ ਆਇਆ, ਤੇ ਮੇਰੇ ਲਈ ਦੁੱਖ ਦੀ ਇਹ ਗੱਲ ਹੈ ਵੀ ਜਵਾਬ ਮੈਨੂੰ ਵੀ ਨਾ ਆਇਆ। ਜੇ ਕਿਤੇ ਮੈਨੂੰ ਜਵਾਬ ਹੁੰਦਾ ਮੇਰੇ ਕੋਲ, ਤੇ ਮੇਰਾ ਸਭਾ 'ਚ ਟੌਰ ਬਣ ਜਾਂਦਾ, ਤੇ ਅੱਬਾ ਮੇਰੇ ਤੇ ਖੁਸ਼ ਹੁੰਦਾ। ਉਹਨੇ ਕਿਹਾ ਗੱਲ ਕਿਹੜੀ ਹੈ? 10 ਪੁੱਤ।
ਉਹਨੇ ਦੱਸਿਆ ਵੀ ਕੁਰਾਨ ਦੀ ਆਇਤ ਦਾ ਆ ਮਾਇਨਾ ਹੈ, ਉਹ ਕਿਸੇ ਨੂੰ ਸਮਝ ਨਹੀਂ ਆਇਆ। ਆਪਣੀ ਆਪਣੀ ਮੱਤ ਨਾਲ ਦੱਸਿਆ, ਪਰ ਔਰੰਗਜ਼ੇਬ ਦੀ ਅੱਬਾ ਦੀ ਤਸੱਲੀ ਨਹੀਂ ਹੋਈ। ਉਹਨੇ ਕਿਹਾ ਪੁੱਤ ਇਹ ਕਿਹੜੀ ਗੱਲ ਹੈ? ਉਹਨੇ ਕਿਹਾ ਮੈਂ ਤੈਨੂੰ ਸਮਝਾਉਣਾ। ਉਹਨੇ ਸਮਝਾਇਆ। ਜਦੋਂ ਸਮਝਾਇਆ ਤੇ ਆਖਿਆ ਕੱਲ ਜਾ ਕੇ ਸੁਣਾ ਦੀ। ਅਗਲੇ ਦਿਨ ਸਭਾ ਲੱਗੀ ਤੇ ਸ਼ਹਿਜ਼ਾਦਾ ਮੁਅੱਜ਼ਮ ਨੇ ਆਖਿਆ ਵੀ ਅੱਬਾ ਜਾਨ ਤੂੰ ਹੀ ਕੱਲ ਪੁੱਛਿਆ ਸੀ ਇੱਕ ਸਵਾਲ ਤੇ ਉਹਦਾ ਜਵਾਬ ਆਏ। ਸਾਰੇ ਲੋਕ ਹੈਰਾਨ ਹੋ ਗਏ। ਔਰੰਗਜ਼ੇਬ ਆਪ ਹੈਰਾਨ ਹੋ ਗਿਆ। ਕਹਿੰਦਾ ਵੀ ਪੁੱਤ ਮੈਨੂੰ ਤੇਰੀ ਅਕਲ ਦਾ ਤੇ ਪਤਾ, ਜੇ ਤੈਨੂੰ ਇਹਦਾ ਜਵਾਬ ਪਤਾ ਹੁੰਦਾ ਤੇ ਤੂੰ ਕੱਲ ਹੀ ਦੱਸ ਦਿੰਦਾ। ਤੂੰ ਇਹ ਦੱਸ ਕਿੱਥੋਂ ਸਿੱਖਿਆ, ਤੈਨੂੰ ਕਿਹਨੇ ਦੱਸਿਆ? ਕਹਿੰਦਾ ਜੀ ਮੈਂ ਇਹ ਸਿੱਖਿਆ ਮੀਰ ਮੁਨਸ਼ੀ ਕੋਲੋਂ। ਉਹਨਾਂ ਨੂੰ ਦਰਬਾਰ 'ਚ ਬੁਲਾਓ। ਭਾਈ ਨੰਦ ਲਾਲ ਜੀ ਨੂੰ ਦਰਬਾਰ 'ਚ ਬੁਲਾ ਕੇ ਸਨਮਾਨ ਦਿੱਤਾ, ਵਿਦਿਆ ਦਾ ਸਤਿਕਾਰ ਕੀਤਾ। ਵਿਦਿਆ ਆਪਣੇ ਆਪ ਵਿੱਚ ਬੜੀ ਵੱਡੀ ਤਾਕਤ ਹੈ। वेदांत का सूत्र है तब लग विद्या को पढ़े जब लग घट में प्राण जाहि तनी पहुंचे नहीं तह पहुंचे विद्वान। ਉਹਦਾ ਮਾਣ ਸਨਮਾਨ ਕਰਕੇ ਤੋਰਿਆ ਤੇ ਫਿਰ ਆਖਣ ਲੱਗਾ ਵੀ ਇੰਨਾ ਵਿਦਵਾਨ ਬੰਦਾ ਉਹ ਵੀ ਹਿੰਦੂ, ਇਹ ਮੇਰੇ ਵਾਸਤੇ ਗਿਲਾਨੀ ਹੈ, ਇਹਨੂੰ ਜਿਵੇਂ ਕਿਵੇਂ ਕਰਕੇ ਇਸਲਾਮ ਵਿੱਚ ਲੈ ਕੇ ਆਓ। ਤੇ ਸ਼ਹਿਜ਼ਾਦਾ ਮੁਅੱਜ਼ਮ ਨੇ ਜਾ ਕੇ ਆਖਿਆ ਮੀਰ ਮੁਨਸ਼ੀ ਜੀ ਤੁਹਾਡੀ ਵਿਦਿਆ, ਤੁਹਾਡੀ ਸਿਆਣਪ, ਤੁਹਾਡਾ ਗਿਆਨ ਤੁਹਾਡੇ ਲਈ ਫਾਈ ਬਣ ਗਈ ਜੇ। ਉਹਨੇ ਕਿਹਾ ਕੀ ਹੋਇਆ? ਜਾਂ ਤੇ ਮੁਸਲਮਾਨ ਬਣੋਗੇ, ਨਹੀਂ ਤੇ ਉਹਨੇ ਫਾਈ ਟੰਗ ਦੇਣਾ ਹੈ। ਉਹ ਆਖਣ ਲੱਗਾ ਪੁੱਤਰਾ ਮੇਰਾ ਇੱਕ ਕੰਮ ਕਰ, ਮੈਨੂੰ ਇੱਕ ਵਾਰੀ ਇਸ ਕਿਲੇ ਚੋਂ ਕਢਾ ਦੇ। ਇੱਕ ਮੇਰੇ ਕੋਲ ਐਸੀ ਥਾਂ ਹੈ ਜਿੱਥੇ ਮੈਂ ਪਹੁੰਚ ਗਿਆ, ਤੇਰਾ ਅੱਬਾ ਤੇ ਕੀ ਤੇਰੇ ਅੱਬੇ ਦਾ ਅੱਬਾ ਵੀ ਉੱਥੋਂ ਦੀ ਹਵਾ ਵੱਲ ਨਹੀਂ ਵੇਖ ਸਕਦਾ। ਉਹਨੇ ਕਿਹਾ ਮੀਰ ਮੁਨਸ਼ੀ ਇਸ ਦੇਸ਼ ਤੇ ਮੇਰੇ ਅੱਬਾ ਦਾ ਰਾਜ ਹੈ, ਇੱਥੋਂ ਦੀ ਚੱਲਣ ਵਾਲੀ ਹਵਾ ਔਰੰਗਜ਼ੇਬ ਦੇ ਹੁਕਮ ਨਾਲ ਚੱਲਦੀ ਹੈ, ਚੱਪਾ ਚੱਪਾ ਧਰਤੀ ਤੇ ਉਹਦਾ ਰਾਜ ਹੈ, ਇੱਥੋਂ ਭੱਜ ਕੇ ਕਿੱਥੇ ਚਲੇ ਜਾਏਗਾ? ਉਹਨੇ ਕਿਹਾ ਇਸ ਧਰਤੀ ਤੇ ਇੱਕ ਐਸੀ ਥਾਂ ਹੈ ਜਿੱਥੇ ਔਰੰਗਜ਼ੇਬ ਦੇ ਨਾਮ ਤੋਂ ਕੋਈ ਨਹੀਂ ਡਰਦਾ। ਇਸ ਧਰਤੀ ਤੇ ਇੱਕ ਐਸੀ ਥਾਂ ਹੈ ਜਿੱਥੇ ਔਰੰਗਜ਼ੇਬ ਦਾ ਨਾਮ ਸੁਣ ਕੇ ਕੋਈ ਭੈ ਭੀਤ ਨਹੀਂ ਹੁੰਦਾ। ਇਸ ਧਰਤੀ ਤੇ ਇਹੋ ਜਿਹੀ ਇੱਕ ਥਾਂ ਹੈ ਜਿੱਥੇ ਔਰੰਗਜ਼ੇਬ ਦੀਆਂ ਫੌਜਾਂ, ਔਰੰਗਜ਼ੇਬ ਦੇ ਮਾਲ ਖਜ਼ਾਨੇ ਦਾ ਰੱਤੀ ਭਰ ਵੀ ਕੋਈ ਜ਼ਿਕਰ ਨਹੀਂ, ਕੋਈ ਖੌਫ ਨਹੀਂ। ਉਹਨੇ ਕਿਹਾ ਮੀਰ ਮੁਨਸ਼ੀ ਕਿਹੜੀ ਜਗ੍ਹਾ ਹੈ? ਭਾਈ ਨੰਦ ਲਾਲ ਨੇ ਆਖਿਆ ਉਹ ਕਲਗੀਆਂ ਵਾਲੇ ਮਹਾਰਾਜ ਦਾ ਦਰਬਾਰ ਅਨੰਦਪੁਰ ਸਾਹਿਬ ਹੈ। ਇੱਕ ਵਾਰ ਤੂੰ ਮੈਨੂੰ ਇੱਥੋਂ ਕਢਾ ਦੇ, ਮੈਂ ਉੱਥੇ ਪਹੁੰਚ ਗਿਆ, ਤੇਰੇ ਪਿਤਾ ਦੀ ਤਾਕਤ ਨਹੀਂ ਕੋਈ ਉੱਥੋਂ ਮੈਨੂੰ ਪਕੜ ਸਕੇ। ਇੱਥੋਂ ਨਿਕਲ ਕੇ ਭਾਈ ਨੰਦ ਲਾਲ ਜੀ ਕਲਗੀਆਂ ਵਾਲੇ ਮਹਾਰਾਜ ਦੇ ਦਰਬਾਰ 'ਚ ਪਹੁੰਚੇ। ਉਹ ਅਗਲਾ ਪੱਖ ਹੈ ਜਿੱਥੋਂ ਉਹਨਾਂ ਦੀ ਜੀਵਨੀ ਗੁਰੂ ਕੀ ਸ਼ਰਨ ਵਿੱਚ ਸ਼ੁਰੂ ਹੋਈ। ਇਹ ਕਲਗੀਆਂ ਵਾਲੇ ਮਹਾਰਾਜ ਜੀ ਦੀ ਬਖਸ਼ਿਸ਼ ਜਿਹਦਾ ਕੋਈ ਅੰਤ ਨਹੀਂ ਪਾ ਸਕਿਆ। ਮੇਰਾ ਗੁਰੂ ਦਿਆਲੂ ਹੈ ਤੇ ਦਇਆ ਕਿਹਦੇ ਤੇ ਕਰਦਾ? ਦੀਨ ਦਿਆਲ, ਗਰੀਬ ਤੇ। ਦੀਨ ਦਾ ਅਰਥ ਹੈ ਗਰੀਬ, ਕਿਸੇ ਵੀ ਪੱਖ ਤੋਂ। ਸਿਹਤ ਦੇ ਪੱਖ ਤੋਂ ਕੋਈ ਗਰੀਬ ਹੈ, ਧਨ ਦੇ ਪੱਖ ਤੋਂ ਕੋਈ ਗਰੀਬ ਹੈ, ਗੁਣਾਂ ਦੇ ਪੱਖ ਤੋਂ ਗਰੀਬ ਹੈ, ਅਕਲ ਦੇ ਪੱਖ ਤੋਂ ਗਰੀਬ ਹੈ, ਸਿੱਖੀ ਸਿਧਾਂਤ ਦੇ ਪੱਖ ਤੋਂ ਗਰੀਬ ਹੈ। ਮੈਂ ਤੇ ਇੱਥੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਕਿ ਅੱਜ ਸਾਡੇ ਪਰਿਵਾਰਾਂ 'ਚ ਹੋਰ ਵੀ ਬੜੀ ਗਰੀਬੀ ਆ ਗਈ ਜੇ। ਹੁਣ ਤੇ ਕਿ ਅਸੀਂ ਪੱਗਾਂ ਵੱਲੋਂ ਵੀ ਗਰੀਬ ਹੁੰਦੇ ਜਾਂਦੇ ਹਾਂ। ਸਿਰ ਤੇ ਪੱਗ ਨਹੀਂ, ਟੋਪੀ ਹੈ ਤੇ ਗਰੀਬ ਹੈ। ਜ਼ਬਾਨ ਤੇ ਊੜਾ ਨਹੀਂ ਹੈ, ਗਰੀਬ ਹੈ। ਇਹਨੂੰ ਮੂਲ ਮੰਤਰ ਨਹੀਂ ਆਉਂਦਾ, ਸਾਡੇ ਬੱਚੇ ਨੂੰ ਗਰੀਬ ਹੈ। ਇਹਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਇਹ ਗਰੀਬ ਹੈ। ਇਹਨੂੰ 5 ਪਿਆਰਿਆਂ ਦੇ ਨਾਂ ਯਾਦ ਨਹੀਂ, ਇਹਨੂੰ 5 ਤਖਤਾਂ ਦੇ ਨਾਮ ਯਾਦ ਨਹੀਂ, ਇਹਨੂੰ 10 ਗੁਰੂ ਸਾਹਿਬਾਂ ਦੇ ਨਾਮ ਯਾਦ ਨਹੀਂ, ਵਿਚਾਰਾ ਗਰੀਬ ਹੈ। ਇਹ ਗਰੀਬੀ ਹੈ। ਜੇ ਗੁਰੂ ਕੋਲ ਆ ਕੇ ਤਰਲਾ ਲਈਏ ਨਾ ਤੇ ਗੁਰੂ ਆ ਵੀ ਗਰੀਬੀ ਕੱਟ ਦੇਗਾ। ਇਹ ਵੀ ਗਰੀਬੀ ਕੱਟੀ ਹੈ ਗੁਰੂ ਨੇ। ਦਮਦਮਾ ਸਾਹਿਬ ਲਿਖਣ ਸਰ ਜਿਹਨੂੰ ਵਿਦਿਆ ਨਾ ਆਉਂਦੀ ਹੋਵੇ, ਗੁਰਮੁਖੀ ਨਾਲ ਕੋਈ ਆਂਦੇ ਮੈਨੂੰ ਆਉਂਦੀ ਨਹੀਂ, ਇੱਕ ਵਾਰੀ ਊੜਾ ਜਿਹੜਾ ਲਿਖਾ ਵੀ ਉੱਥੇ ਕਲਗੀਆਂ ਵਾਲੇ ਦੀ ਐਸੀ ਬਖਸ਼ਿਸ਼ ਹੁੰਦੀ ਹੈ, ਵਿਦਵਾਨ ਬਣ ਜਾਏਗਾ। ਦੀਨ ਦਿਆਲ ਦੀਨ ਹੋ ਕੇ ਆ ਤੇ ਸਹੀ। ਮਥਰਾ ਜਨ ਕੋ ਪ੍ਰਭ ਮੇਰਾ ਗੁਰੂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਮਾਣ ਹੋਵੇ ਮੇਰਾ ਗੁਰੂ। ਤੇ ਮੇਰਾ ਕੌਣ ਆਖੇਗਾ? ਮੇਰਾ ਗੁਰੂ ਮੇਰਾ ਉਹ ਆਖੇਗਾ ਜਿਹੜਾ ਉਹਦਾ ਹੋ ਗਿਆ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਈ, ਸਭ ਜਗ ਤੇਰਾ ਹੋਏ। ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ।
मेरे गुरु अर्जन देव पातशाह जी ने पता की कीता, संगत सृष्ट सारी कायनात सारी दुनिया ते सारी संगत ये अपनी रहमत की निगाह पा के ते निहाल कर दिती। ते धन गुरु अर्जन देव पातशाह महाराज तुहाडे ते चरणां ते वार वार नमस्कार। ते एक बारी मैं नमस्कार करा धन गुरु रामदास महाराज जी के चरणां ते भी, ते पुछया भी भट्ट मथरा जी तुसीं ते जस कर रहे सी गुरु अर्जन देव महाराज दा, ते गुरु अर्जन देव महाराज दा जस करदे करदे गुरु रामदास महाराज तक पिछे किवें पहुंच गए। ते भट्ट मथरा जी आखण लगे ये जिहड़ियां वडियाइयां गुरु अर्जन देव महाराज जी नूं बख्शियां ना, बड़ी वड्डी चुनौती सी गुरु रामदास महाराज जी दे सामने। बड़े दावे कीते पिरथी चंद ने, बड़ा कुछ कीता, पर धन गुरु रामदास महाराज जी ने एक कृपा कर दी। रामदास गुरु जग तारन को गुर जोत अर्जन माही तरी। मेरे गुरु अर्जन देव महाराज जी दे अंदर धन गुरु रामदास महाराज जी ने जोत रखी, ते रखी पता किस वास्ते? जगत नूं तारन वास्ते, संसार नूं तारन वास्ते। गुरु अर्जन देव महाराज जी दे अंदर धन गुरु रामदास महाराज जी ने जोत टका दी। ते धन गुरु अर्जन देव महाराज जो जेड़े दीन दयाल ने, गरीबां दा दुख कटदे ने, झोलियां भरदे ने, और जिस मेरे गुरु अर्जन देव महाराज जी का किसी ने अंत नहीं पाया, कोई मेरे गुरु का अंत नहीं पा सकता। अंत को चाहन जो गए से आए अंत गवाए। ऐसे दीन दयाल सतगुरु पातशाह महाराज जी के चरणों ते वार वार नमस्कार। भुलां गलतियां दी खिमा साहिब गुरु ग्रंथ साहिब पातशाह जी का कोटान कोट शुकराना। समूह गुरु की संगत का सन्मान सत्कारयोग सिंह साहिब, ज्ञानी रणजीत सिंह जी हैड ग्रंथी साहिब जी, तिन्हां दा बहुत धन्यवाद। भुलां दी खिमा जी। वाहिगुरू जी का खालसा, वाहिगुरू जी की फतेह।